ਅਤੇ ਹੁਣ ਖਬਰਾਂ ਵਿਸਤਾਰ ਨਾਲ। ਅੰਮ੍ਰਿਤਸਰ ਵਿੱਚ ਬੀਤੀ ਦੇਰ ਰਾਤ ਪੁਲਿਸ ਅਤੇ ਤਸਕਰਾਂ ਵਿੱਚ ਹੋਈ ਮੁੱਠਭੇੜ ਤੋਂ ਬਾਅਦ ਪੁਲਿਸ ਨੇ ਦੋਸ਼ੀਆਂ ਦੀ ਕਾਰ ਰੋਕ ਕੇ ਛਾਪੇਮਾਰੀ ਕੀਤੀ। ਇਸ ਮੌਕੇ ਇੱਕ ਪਿਸਤੌਲ, 32 ਬੋਰ, 5 ਜਿੰਦਾ ਕਾਰਤੂਸ ਅਤੇ 1 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਮਿਲੀ ਜਾਣਕਾਰੀ ਮੁਤਾबिक ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਤਸਕਰ ਗੁਰਲਾਲ ਸਿੰਘ ਵਾਸੀ ਧਨੋਈ ਖੁਰਦ ਆਪਣੀ ਥਾਰ ਕਾਰ ਵਿੱਚ ਹਥਿਆਰ ਅਤੇ ਹੈਰੋਇਨ ਲੈ ਕੇ ਤਰਨਤਾਰਨ ਤੋਂ ਅੰਮ੍ਰਿਤਸਰ ਆ ਰਿਹਾ ਹੈ। ਤਾਂ ਨਾਕੇ ਦੌਰਾਨ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਇੱਕ ਪਿਸਤੌਲ, 5 ਜਿੰਦਾ ਰੌਂਦ ਅਤੇ 1 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਦਿਹਾਤੀ ਪੁਲਿਸ ਦੇ ਐਸਪੀ ਜੀਐਸ ਸਹੋਤਾ ਨੇ ਦੱਸਿਆ ਕਿ ਦੋਸ਼ੀ ਤੋਂ ਅੱਗੇ ਪੁੱਛਗਿੱਛ ਜਾਰੀ ਹੈ। ਮਾਣਯੋਗ ਐਸਐਸਪੀ ਸਤਿੰਦਰ ਸਰ ਦੀ ਅਗਵਾਈ ਵਿੱਚ ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਦੀ ਪੁਲਿਸ ਵੱਲੋਂ ਲਗਾਤਾਰ ਨਸ਼ਾ ਵਿਰੋਧੀ ਤੇ ਮਾੜੇ ਅਨਸਰ ਜਿਹੜੇ ਗੈਂਗਸਟਰ ਨੇ, ਹੋਰ ਕ੍ਰਿਮੀਨਲਸ ਨੇ, ਉਹਨਾਂ ਦੇ ਵਿਰੁੱਧ ਕਾਰਵਾਈ ਚੱਲ ਰਹੀ ਹੈ। ਇਸੇ ਕਾਰਵਾਈ ਦੇ ਵਿੱਚ ਚੱਲਦਿਆਂ ਹੋਇਆਂ ਕੱਲ ਸਾਨੂੰ ਇੱਕ ਮੇਜਰ ਸਕਸੈਸ ਉਦੋਂ ਮਿਲਿਆ ਜਦੋਂ ਸਾਡੇ ਇੰਚਾਰਜ ਸਪੈਸ਼ਲ ਸੈੱਲ ਇੰਸਪੈਕਟਰ ਅਮਨਦੀਪ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਗੁਰਲਾਲ ਸਿੰਘ ਸਨ ਆਫ ਸੰਤੋਖ ਸਿੰਘ ਵਾਸੀ ਧਨੋਈ ਖੁਰਦ ਇੱਕ ਨਾਮੀ ਸਮਗਲਰ ਹੈ ਜੋ ਆਲਰੇਡੀ ਸਾਡੀ ਲਿਸਟ ਵਿੱਚ ਫਿਗਰ ਕਰਦਾ ਸੀਗਾ। ਇਹ ਮੋਗੇ ਸਾਈਡ ਤੋਂ ਅੰਮ੍ਰਿਤਸਰ ਸਾਈਡ ਆ ਰਿਹਾ ਸੀਗਾ ਤੇ ਇਨਫੋਰਮੇਸ਼ਨ ਐਜ਼ ਪਰ ਦ ਇਨਫੋਰਮੇਸ਼ਨ ਇਹ ਸੀਗਾ ਕਿ ਇਹਦੇ ਕੋਲ ਨਜਾਇਜ਼ ਅਸਲੇ ਤੇ ਹੈਰੋਇਨ ਦੀ ਜਿਹੜੀ ਹੈਗੀ ਹੈ ਡਰੱਗਸ ਹੈ ਉਹ ਇਹਦੇ ਕੋਲੋਂ ਬਰਾਮਦ ਹੋ ਸਕਦੇ ਨੇ। ਇਨਫੋਰਮੇਸ਼ਨ ਦੇ ਉੱਤੇ ਕੰਮ ਕਰਦਿਆਂ ਹੋਇਆਂ ਇੰਸਪੈਕਟਰ ਅਮਨਦੀਪ ਵੱਲੋਂ ਤੇ ਐਸਐਚਓ ਚਾਟੀਵਿੰਡ ਅਜੇਪਾਲ ਜੀ ਵੱਲੋਂ ਇਹਨਾਂ ਨੇ ਨਾਕਾ ਜਿਹੜਾ ਹੈਗਾ ਇਹ ਰਾਜੇਵਾਲ ਲਾਗੇ ਚਰਚ ਲਾਗੇ ਉੱਥੇ ਨਾਕਾ ਲਗਾਇਆ। ਇੰਚਾਰਜ ਸੀਆਈਏ ਨੂੰ ਲੂਪ ਵਿੱਚ ਲਿਆ। ਜਦੋਂ ਇਹ ਗੱਡੀ ਇੱਕ ਥਾਰ ਗੱਡੀ ਦੇ ਵਿੱਚ ਇਹ ਸਮਗਲਰ ਗੁਰਲਾਲ ਸਿੰਘ ਉੱਥੋਂ ਆ ਰਿਹਾ ਸੀਗਾ ਤਾਂ ਇਹਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ। ਜੋ ਇਸ ਸਮਗਲਰ ਗੁਰਲਾਲ ਸਿੰਘ ਨੇ ਪੁਲਿਸ ਦੇ ਇਸ਼ਾਰੇ ਦੀ ਪਰਵਾਹ ਨਾ ਕਰਦੇ ਹੋਏ ਨਾਕਾ ਤੋੜਿਆ ਤੇ ਉੱਥੋਂ ਆਪਣੀ ਗੱਡੀ ਪਹੁੰਚਾ ਲਈ। ਪੁਲਿਸ ਪਾਰਟੀ ਵੱਲੋਂ ਇੰਸਪੈਕਟਰ ਅਮਨਦੀਪ ਤੇ ਐਸਏ ਅਜੇਪਾਲ ਵੱਲੋਂ ਗੱਡੀ ਦੇ ਚੇਜ਼ ਕੀਤਾ ਗਿਆ ਤਾਂ ਇਸ ਜਿਹੜਾ ਸਮਗਲਰ ਹੈ ਇਹਨੇ ਸਾਡੀ ਪੁਲਿਸ ਪਾਰਟੀ ਦੇ ਉੱਤੇ ਰਾਉਂਡਸ ਫਾਇਰ ਕੀਤੇ, ਸਿੱਧੇ ਰਾਉਂਡਸ ਫਾਇਰ ਕੀਤੇ ਜੋ ਕਿ ਸਾਡੀ ਗੱਡੀਆਂ ਦੇ ਵਿੱਚ ਲੱਗੇ। ਪੁਲਿਸ ਪਾਰਟੀ ਵੱਲੋਂ ਵੀ ਜਵਾਬੀ ਫਾਇਰ ਕੀਤੇ ਗਏ। ਚੇਜ਼ ਕਰਦੇ ਹੋਏ ਇਸ ਗੱਡੀ ਨੂੰ ਅਸੀਂ ਸਿਟੀ ਵਾਲੀ ਸਾਈਡ ਨੂੰ ਆਏ ਹਾਂ ਤੇ ਮਾਨਾ ਵਾਲੇ ਲਾਗੇ ਜਿਹੜਾ ਹੈਗਾ ਇਹਨੂੰ ਓਵਰਟੇਕ ਕਰਕੇ ਇਸ ਗੱਡੀ ਨੂੰ ਘੇਰਿਆ ਗਿਆ। ਘੇਰਨ ਤੋਂ ਬਾਅਦ ਬੜੀ ਮੁਸਤੈਦੀ ਦੇ ਨਾਲ ਇਸ ਗੱਡੀ ਨੂੰ ਰਾਉਂਡ ਅਪ ਕਰਕੇ ਸਾਰੀ ਫੋਰਸ ਨੇ ਉਹਦੇ ਵਿੱਚੋਂ ਗੁਰਲਾਲ ਸਿੰਘ ਜਿਹੜਾ ਸਾਡਾ ਸਮਗਲਰ ਹੈ ਉਹਨੂੰ ਅਸੀਂ ਰਾਉਂਡ ਅਪ ਕੀਤਾ। ਗੱਡੀ ਦੀ ਜਦੋਂ ਚੈਕਿੰਗ ਕੀਤੀ ਗਈ ਤੇ ਉਹਦੇ ਵਿੱਚੋਂ ਸਾਨੂੰ ਇੱਕ 30 ਬੋਰ ਦਾ ਪਿਸਟਲ ਮੇਡ ਇਨ ਚਾਈਨਾ ਰਿਕਵਰ ਹੋਇਆ, ਨਾਲ 5 ਲਾਈਵ ਰਾਉਂਡਸ ਰਿਕਵਰ ਹੋਏ ਨੇ, ਇੱਕ ਖਾਲੀ ਖੋਲ ਰਿਕਵਰ ਹੋਇਆ ਅਤੇ ਗੱਡੀ ਦੇ ਵਿੱਚੋਂ 1 ਕਿਲੋ ਹੈਰੋਇਨ ਜਿਹੜੀ ਹੈ ਉਹ ਸਾਨੂੰ ਰਿਕਵਰ ਹੋਈ ਹੈ। ਉਹਦੇ ਮੁਤਲਕਾ ਅਸੀਂ ਚਾਟੀਵਿੰਡ ਵਿੱਚ FIR ਰਜਿਸਟਰ ਕਰ ਦਿੱਤੀ ਹੈ। ਬਾਕੀ ਮੈਂ ਦੱਸਣਾ ਚਾਹਾਂਗਾ ਕਿ ਇਹ ਜਿਹੜਾ ਸਮਗਲਰ ਹੈ ਇਹਦੇ ਉੱਤੇ 4 ਮੁਕੱਦਮੇ ਪਹਿਲਾਂ ਵੀ ਆਲਰੇਡੀ ਦਰਜ ਨੇ ਜੋ ਕਿ ਕਮਰਸ਼ੀਅਲ ਕੁਆਂਟੀਟੀ ਦੇ ਮੁਕੱਦਮੇ ਨੇ ਤੇ ਉਹਨਾਂ ਵਿੱਚ ਬੇਲ ਤੇ ਸੀਗਾ। ਹਜੇ ਇਹ ਪਿਛਲੇ ਸਾਲ ਹੀ ਬੇਲ ਤੇ ਬਾਹਰ ਆਇਆ ਤੇ ਇਹਨੇ ਆਂਦੇ ਸਾਰ ਹੀ ਫਿਰ ਤੋਂ ਇਹ ਕੰਮ ਕਰਨਾ ਸਟਾਰਟ ਕਰ ਦਿੱਤਾ। ਦੱਸਣਾ ਚਾਹਾਂਗੇ ਕਿ ਇਹਦਾ ਪਾਕਿਸਤਾਨ ਨੈਸ਼ਨਲਸ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਨੇ ਉਹਨਾਂ ਨਾਲ ਤਾਲਮੇਲ ਹੈ ਤੇ ਡਰੋਨ ਦੇ ਰਾਹੀਂ ਇਹ ਹੈਰੋਇਨ ਜਿਹੜੀ ਹੈ ਸਮਗਲਿੰਗ ਕਰਦਾ ਰਿਹਾ ਤੇ ਇਹ ਇਸ ਸਮਗਲਰ ਨੂੰ ਫੜਨ ਤੋਂ ਬਾਅਦ ਸਾਨੂੰ ਪੂਰਾ ਉਮੀਦ ਹੈ ਕਿ ਅਸੀਂ ਜਿਹੜੇ ਬਾਰਡਰ ਬੈਲਟ ਵਿੱਚ ਇੱਕ ਮੇਜਰ ਜਿਹੜਾ ਹੈਗਾ ਉਹਨਾਂ ਨੂੰ ਇੱਕ ਧੱਕਾ ਲੱਗਿਆ ਜਦੋਂ ਇਸ ਸਮਗਲਰ ਦੀ ਅਰੈਸਟ ਹੋਈ ਹੈ। ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਲੋਕਾਂ ਨੂੰ ਲੋਕਲ ਟਰਾਂਸਪੋਰਟ ਮੁਹੱਈਆ ਕਰਵਾਉਣ ਲਈ BRTS ਸੇਵਾ ਸ਼ੁਰੂ ਕੀਤੀ ਗਈ ਸੀ ਜੋ ਇਸ ਵੇਲੇ ਬੰਦ ਪਈ ਹੈ ਅਤੇ ਇਸ ਕਾਰਨ ਸ਼ਹਿਰ ਵਾਸੀ ਪਰੇਸ਼ਾਨ ਹਨ। BRTS ਸੇਵਾ ਬੰਦ ਹੋਣ ਤੇ ਫਾਸਟ ਨਿਊਜ਼ ਟੀਮ ਨੇ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਆਖਿਆ ਕਿ ਜੋ ਪ੍ਰਾਈਵੇਟ ਕੰਪਨੀ ਅੰਮ੍ਰਿਤਸਰ ਵਿੱਚ BRTS ਸੇਵਾ ਆਪਰੇਟ ਕਰਦੀ ਸੀ ਉਸ ਦੇ ਕੰਮ ਬੰਦ ਕਾਰਨ ਇਹ ਸੇਵਾ ਬੰਦ ਪਈ ਹੈ। BRTS ਸੇਵਾ ਨਾਲ ਜੁੜੇ ਡਰਾਈਵਰਾਂ ਅਤੇ ਮੁਲਾਜ਼ਮਾਂ ਦੀਆਂ ਕੁਝ ਮੰਗਾਂ ਵੀ ਹਨ ਜਿਸ ਬਾਰੇ BRTS ਸੇਵਾ ਬਾਰੇ ਸਰਕਾਰ ਨੂੰ ਪ੍ਰਸਤਾਵ ਭੇਜਿਆ ਗਿਆ। ਉਹਨਾਂ ਆਖਿਆ ਕਿ ਉਮੀਦ ਹੈ ਕਿ ਪੰਜਾਬ ਸਰਕਾਰ ਇਸ ਬਾਰੇ ਵਿਚਾਰ ਕਰੇਗੀ ਅਤੇ BRTS ਸੇਵਾ ਮੁੜ ਸ਼ੁਰੂ ਕਰੇਗੀ। BRTS ਪ੍ਰੋਜੈਕਟ ਦੇ ਵਿੱਚ ਮੁੱਖ ਤੌਰ ਤੇ ਜਿਹੜੀ ਸਾਡੀ ਕੰਪਨੀ ਸੀ ਜਿਹੜੀ ਚਲਾ ਰਹੀ ਸੀ, ਸਾਡਾ ਕੰਸੈਸ਼ਨਰ ਠੇਕੇਦਾਰ ਜਿਹਨੂੰ ਕਹਾਂਗੇ, ਉਹ ਕੰਪਨੀ ਜਿਹੜੀ ਆ ਬੈਂਕਰਪਟ ਹੋਣ ਕਰਕੇ ਕੰਮ ਛੱਡ ਕੇ ਭੱਜ ਚੁੱਕੀ ਹੈ। ਉਸ ਤੋਂ ਬਾਅਦ ਕਿਉਂਕਿ ਅਸੀਂ ਇਹ ਕੰਮ ਜਿਹੜੀ BRTS ਸਰਵਿਸ ਹੈ ਇਹ ਅਸੀਂ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਆਪਣੇ ਪੱਧਰ 'ਤੇ, ਕਿਉਂਕਿ ਉਹਦੇ ਵਿੱਚ ਜਦੋਂ ਕੋਈ ਗੌਰਮੈਂਟ ਏਜੰਸੀ ਆ ਜੇ ਡਰਾਈਵਰ ਹਾਇਰ ਕਰਨੇ ਅਸੀਂ ਤੇ ਅਸੀਂ ਇੱਕ DC ਰੇਟ ਫਿਕਸ ਕੀਤਾ ਹੁੰਦਾ, ਅਸੀਂ ਉਹਦੇ ਉੱਤੇ ਆਫਰ ਕੀਤੀ ਸੀ ਡਰਾਈਵਰਸ ਨੂੰ ਔਰ ਸਾਰੇ ਸਟਾਫ ਨੂੰ ਕਿ ਜਿੰਨੇ ਡਰਾਈਵਰਸ ਪਹਿਲਾਂ ਕੰਮ ਕਰ ਰਹੇ ਸੀ, ਜਿੰਨੇ ਵਰਕਸ਼ਾਪ ਦਾ ਸਟਾਫ ਜਿਹੜਾ ਕੰਮ ਕਰ ਰਿਹਾ ਸੀ ਉਹ ਉਸੇ ਰੇਟ ਉੱਤੇ ਸਾਡੇ ਕੋਲ DC ਰੇਟ ਉੱਤੇ ਸਾਡੇ ਕੋਲ ਕੰਮ ਕਰਦੇ। ਪਰ
ਉਹਦੇ ਵਿੱਚੋਂ ਕੁਝ ਜਿਹੜੇ ਡਰਾਈਵਰ ਸੀ ਔਰ ਸਟਾਫ ਮੈਂਬਰ ਸੀ ਉਹਨਾਂ ਨੇ ਸਗੋਂ ਕੰਮ ਵੀ ਸ਼ੁਰੂ ਕਰਤਾ ਸੀ, ਪਰ ਉਹਨਾਂ ਵਿੱਚੋਂ ਕੁਝ ਜਿਹੜੇ ਡਰਾਈਵਰ ਸੀ ਉਹ ਇਸ ਗੱਲ 'ਤੇ ਬਜਿੱਦ ਸੀ ਕਿ ਅਸੀਂ ਜਿਹੜੀ ਸਾਨੂੰ ਤਨਖਾਹ ਕੰਪਨੀ ਦੇ ਰਹੀ ਸੀ ਅਸੀਂ ਉਹਦੇ ਉੱਤੇ ਹੀ ਕੰਮ ਕਰਨ ਨੂੰ ਤਿਆਰ ਹਾਂ, ਅਸੀਂ ਨਹੀਂ ਤਾਂ ਸਰਵਿਸ ਨਹੀਂ ਚੱਲਣ ਦੇਵਾਂਗੇ। ਉਹਨਾਂ ਨੇ ਪ੍ਰੋਟੈਸਟ ਵਗੈਰਾ ਵੀ ਕਰ ਰਹੇ, ਉਹ ਡੇਲੀ ਪ੍ਰੋਟੈਸਟ ਕਰ ਰਹੇ। ਅੱਜ ਵੀ ਉਹਨਾਂ ਨੇ ਸਾਡਾ ਡਿਪੂ ਜਿਹੜਾ ਬੰਦ ਕੀਤਾ ਹੋਇਆ। ਅਸੀਂ ਸਰਕਾਰ ਨੂੰ ਪ੍ਰਪੋਜ਼ਲ ਬਣਾ ਕੇ ਭੇਜ ਦਿੱਤਾ ਹੋਇਆ ਕਿ ਅਸੀਂ ਜਿਹੜੀ ਉਹਨਾਂ ਦੀ ਪੁਰਾਣੀ ਤਨਖਾਹ ਜਿਸ ਪੁਰਾਣੀ ਤਨਖਾਹ 'ਤੇ ਕੰਮ ਕਰ ਰਹੇ ਸੀ ਉਹਨੇ ਵਿਅਕਤੀ ਜਿਹੜੇ ਨੇ ਜਦੋਂ ਤੱਕ ਨਵਾਂ ਟੈਂਡਰ ਨਹੀਂ ਹੋ ਜਾਂਦਾ ਉਦੋਂ ਤੱਕ ਸਾਨੂੰ ਅਲਾਊ ਕੀਤਾ ਜਾਵੇ। ਸੋ ਅਸੀਂ ਪ੍ਰਪੋਜ਼ਲ ਭੇਜਿਆ ਹੋਇਆ, ਸਕੱਤਰ ਸਾਹਿਬ ਨੂੰ ਪਰਸਨਲੀ ਬੇਨਤੀ ਵੀ ਕਰ ਲਈ ਹੈ ਅਤੇ ਉਹਨਾਂ ਵੱਲੋਂ ਇਹ ਵਿਚਾਰ ਕੀਤਾ ਜਾ ਰਿਹਾ। ਉਸ ਦਾ 1-2 ਦਿਨਾਂ ਦੇ ਵਿੱਚ ਇਹਦਾ ਕੋਈ ਡਿਸੀਜਨ ਜਿਹੜਾ ਹੋ ਜਾਵੇਗਾ। ਜੇਕਰ ਸਾਨੂੰ ਅਲਾਊ ਕਰ ਦਿੱਤੀ ਜਾਂਦੀ ਹੈ ਅਤੇ ਫਿਰ ਮੇਰੇ ਖਿਆਲ ਦੇ ਵਿੱਚ ਸਾਰੇ ਹੀ ਡਰਾਈਵਰ ਇਸ ਗੱਲ ਨੂੰ ਤਿਆਰ ਹੈਗੇ ਨੇ ਅਤੇ ਬੱਸ ਸਰਵਿਸ ਇਮੀਡੀਏਟਲੀ ਔਨ ਟਰੈਕ ਆ ਜਾਏਗੀ। ਦੇਖੋ ਅਜੇ ਹਾਲ ਦੀ ਘੜੀ 'ਤੇ ਅਸੀਂ ਨਹੀਂ ਡਰਾਈਵਰ ਜਿਹੜੇ ਉਹ ਰਾਜੀ ਹੈਗੇ ਆ, ਸਿਰਫ ਉਹਨਾਂ ਦੀ ਇੱਕੋ ਡਿਮਾਂਡ ਹੈ ਕਿ ਸਾਨੂੰ ਜਿਹੜੀ ਤਨਖਾਹ ਹੈ ਜਿਹੜੀ ਕੰਪਨੀ ਦੇ ਰਹੀ ਸੀ ਸਾਨੂੰ ਉਹਦੇ ਬਰਾਬਰ ਤਨਖਾਹ ਦਿੱਤੀ ਜਾਵੇ। ਮੈਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸਰਕਾਰ ਜਿਹੜੀ ਉਹ ਮਿਨੀਮਮ ਵੇਜਸ ਗਰੰਟੀ ਕਰਦੀ ਹੈ, ਸੋ ਅਸੀਂ ਸਰਕਾਰ ਮਿਨੀਮਮ ਵੇਜਸ ਦੇ ਸਕਦੀ ਹੈ। ਸੋ ਅਸੀਂ ਬਟ ਸਟਿਲ ਅਸੀਂ ਇੱਕ ਪ੍ਰਪੋਜ਼ਲ ਉਹਨਾਂ ਦੇ ਹੱਕ ਦਾ ਬਣਾ ਕੇ ਅਸੀਂ ਸਰਕਾਰ ਨੂੰ ਭੇਜ ਦਿੱਤਾ ਹੈ। ਹੋਪਫੁਲੀ 1-2 ਦਿਨਾਂ ਦੇ ਵਿੱਚ ਉਹਦਾ ਡਿਸੀਜਨ ਹੋ ਜਾਏਗਾ। ਸਾਡੀ ਕੋਸ਼ਿਸ਼ ਹੈ ਜੀ ਛੇਤੀ ਸ਼ੁਰੂ ਕਰੀਏ, ਨਹੀਂ ਤਾਂ ਹਰ ਹਾਲਤ 'ਚ ਅਗਲੇ ਹਫ਼ਤੇ ਤੋਂ ਪਹਿਲਾਂ ਸਟਾਰਟ ਕਰਾਂਗੇ। ਅੰਮ੍ਰਿਤਸਰ ਦੇ ਵਿੱਚ ਸਰਕਾਰ ਵੱਲੋਂ ਲੋਕਲ ਜਿਹੜੀ ਟਰਾਂਸਪੋਰਟ ਸੇਵਾ ਉਹ ਲੋਕਾਂ ਨੂੰ ਮੁਹੱਈਆ ਕਰਾਉਣ ਲਈ BRTS ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ, ਜਿਸ ਦੇ ਤਹਿਤ 3 ਰੂਟਾਂ ਦੇ ਉੱਪਰ BRTS ਦੀਆਂ ਬੱਸਾਂ ਚੱਲਦੀਆਂ ਸਨ। ਪਰ ਬੀਤੇ ਕੁਝ ਮਹੀਨਿਆਂ ਤੋਂ BRTS ਸੇਵਾ ਬੰਦ ਪਈ ਹੈ। ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਉਹਨਾਂ ਦਾ ਆਖਣਾ ਹੈ ਕਿ ਜਿਹੜੀ ਕੰਪਨੀ BRTS ਪ੍ਰੋਜੈਕਟ ਨੂੰ ਆਪਰੇਟ ਕਰਦੀ ਸੀ ਉਹਦੇ ਵੱਲੋਂ ਕੰਮ ਬੰਦ ਕੀਤੇ ਜਾਣ ਤੋਂ ਬਾਅਦ ਇਹ ਸੇਵਾ ਬੰਦ ਹੋਈ ਹੈ। ਸੋ ਡਰਾਈਵਰਾਂ ਨੂੰ ਕੁਝ ਮੁਸ਼ਕਲਾਂ ਨੇ, ਜਿਨ੍ਹਾਂ ਮੁਸ਼ਕਲਾਂ ਦੇ ਹੱਲ ਲਈ ਸਰਕਾਰ ਨੂੰ ਇੱਕ ਪ੍ਰਪੋਜ਼ਲ ਭੇਜੀ ਗਈ ਹੈ। ਸੋ ਉਮੀਦ ਕੀਤੀ ਜਾਂਦੀ ਹੈ ਕਿ ਜਲਦ ਹੀ BRTS ਸੇਵਾ ਇੱਕ ਵਾਰ ਫਿਰ ਲੋਕਾਂ ਦੀ ਸੇਵਾ ਵਿੱਚ ਮੁਹੱਈਆ ਹੋਏਗੀ। ਕੈਮਰਾਮੈਨ ਰਕੇਸ਼ ਕੁਮਾਰ ਨਾਲ ਸੰਦੀਪ ਸਿਆਲ, ਫਾਸਟ ਨਿਊਜ਼ ਅੰਮ੍ਰਿਤਸਰ। ਸਮਾਰਟ ਸਿਟੀ ਪ੍ਰੋਜੈਕਟ ਤਹਿਤ ਇੱਕ ਵਧੀਆ ਉਪਰਾਲਾ ਚੱਲ ਰਿਹਾ ਹੈ ਰਾਹੀ ਸਕੀਮ। ਇਸ ਵਿੱਚ ਆਉਣ ਵਾਲੇ ਸਮੇਂ ਵਾਸਤੇ ਆਟੋ ਚਲਾਉਣ ਤੇ ਜ਼ੋਰ ਹੈ ਅਤੇ ਸ਼ਹਿਰ ਵਾਸੀਆਂ ਨੂੰ ਇੱਕ ਸਾਫ਼ ਸੁਥਰਾ ਵਾਤਾਵਰਣ ਦੇਣ ਦੀ ਗੱਲ ਆਖੀ ਜਾਂਦੀ ਹੈ। ਅਸੀਂ ਲਗਾਤਾਰ ਪਿਛਲੇ ਦਿਨਾਂ ਵਿੱਚ ਰਾਹੀ ਸਕੀਮ ਦੇ ਪ੍ਰੋਗਰਾਮਸ ਨੂੰ ਕਵਰ ਕੀਤਾ ਅਤੇ ਲੋਕਾਂ ਨੂੰ ਵਿਖਾਇਆ ਹੈ। ਪ੍ਰਸ਼ਾਸਨ ਵੱਲੋਂ ਆਟੋ ਚਾਲਕਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਡੀਜ਼ਲ ਤੋਂ ਆਟੋ ਵੱਲ ਕਨਵਰਟ ਹੋਣ। ਇਸ ਨਾਲ ਆਟੋ ਦੀ ਮੇਨਟੇਨੈਂਸ ਘਟੇਗੀ, ਧੂਏ ਤੋਂ ਰਾਹਤ ਮਿਲੇਗੀ ਅਤੇ ਸਵਾਰੀ ਨੂੰ ਇੱਕ ਕੰਫਰਟੇਬਲ ਰਾਈਡ। ਸਾਡੀ ਟੀਮ ਨੇ ਇੱਕ ਏਜੰਸੀ ਨੂੰ ਕਵਰ ਕੀਤਾ ਜਿੱਥੇ ਆਟੋ ਵਾਸਤੇ ਰਜਿਸਟ੍ਰੇਸ਼ਨਸ ਚੱਲ ਰਹੀਆਂ ਸਨ। ਵੇਖਣ ਵਿੱਚ ਆਉਂਦਾ ਹੈ ਕਿ ਲੋਕ ਇੱਕ ਸਾਫ਼ ਸੁਥਰਾ ਮਾਹੌਲ ਚਾਹੁੰਦੇ ਹਨ ਜੋ ਕਿ ਪੋਲਿਊਸ਼ਨ ਫ੍ਰੀ ਹੋਵੇ। ਬੰਦ ਨਾ ਹੋ ਜਾਣ, ਪਹਿਲਾਂ ਮੈਂ ਇਹ ਤੁਹਾਨੂੰ ਦੱਸਾਂ, ਬੰਦ ਤਾਂ ਅਸੀਂ ਨਹੀਂ ਕਹਿੰਦੇ ਕਿ ਬੰਦ ਹੋ ਜਾਣ। ਅਸੀਂ ਚਾਹੁੰਦੇ ਹਾਂ ਕਿ ਜਿਹੜਾ ਕਸਟਮਰ ਡੇਲੀ 300 ਤੋਂ 400 ਰੁਪਏ ਦਾ ਰੋਜ਼ ਡੀਜ਼ਲ ਖਰਚ ਰਿਹਾ ਹੋਵੇ, ਪਲੱਸ ਆਪਣੀ ਸਰਵਿਸ 'ਤੇ ਹਰ ਮਹੀਨੇ 1500 ਤੋਂ 2000 ਰੁਪਇਆ ਕੋਈ ਤਾਰ ਟੁੱਟ ਗਈ, ਕੁਝ ਖਰਾਬੀ ਹੋ ਚੁੱਕੀ ਹੈ, ਇਹਦੇ ਵਿੱਚ ਉਹੋ ਜਿਹਾ ਕੋਈ ਫੰਕਸ਼ਨ ਨਹੀਂ ਹੈਗਾ। ਬੈਟਰੀ ਹੈਗਾ ਹੀ ਹੈ, ਇੱਕ ਵਾਰੀ ਚਾਰਜ ਕਰਨ 'ਤੇ ਤੁਹਾਡੀ 145 ਕਿਲੋਮੀਟਰ ਹੈ ਗੱਡੀ ਚੱਲਣੀ ਹੈਗੀ ਹੈ, 3.5 ਘੰਟਿਆਂ ਦੇ ਵਿੱਚ ਚਾਰਜ ਹੋ ਜਾਣੀ ਹੈ। ਕੋਈ ਖਰਚਾ ਨਹੀਂ ਹੈ ਸਿੰਗਲ ਪੈਸੇ ਦਾ। ਜੋ ਤੁਸੀਂ ਕਮਾਉਣਾ ਉਹ ਸਿਰਫ ਤੁਹਾਡਾ ਹੀ ਹੈ, ਕਿਸੇ ਨੂੰ ਦੇਣਾ ਨਹੀਂ ਹੈ। ਸਿਰਫ ਕਿਸ਼ਤ ਬੈਂਕ ਦੀ ਤਾਰਨੀ ਹੈ ਜੇ ਤੁਸੀਂ ਫਾਈਨਾਂਸ ਕਰਾਉਂਦੇ ਹੈਗੇ ਹੋ, ਹੋਰ ਇਸ ਤੋਂ ਇਲਾਵਾ ਇਹ 'ਚ ਕੋਈ ਖਰਚਾ ਨਹੀਂ ਹੈ ਜੀ। ਵੇਖੋ ਜੀ, ਸਵਾਰੀ ਵਾਸਤੇ ਬਹੁਤ ਵਧੀਆ ਬੈਨੀਫਿਟ ਹੈਗਾ ਵੇ। ਇੱਕ ਤਾਂ ਸਾਊਂਡ ਨਹੀਂ ਹੈ, ਕੋਈ ਵਾਈਬਰੇਟ ਨਹੀਂ ਹੈ, ਕੋਈ ਪ੍ਰਦੂਸ਼ਣ ਨਹੀਂ ਹੋਏਗਾ। ਪ੍ਰਦੂਸ਼ਣ ਵਾਸਤੇ ਬਹੁਤ ਵਧੀਆ ਬੈਨੀਫਿਟ ਹੈਗਾ ਕਿ ਦੇਖੋ ਤੁਸੀਂ ਪੁਰਾਣੇ ਆਟੋ ਡੀਜ਼ਲ ਕਾਫੀ ਚੱਲਦੇ 2004 ਮਾਡਲ 5 ਮਾਡਲ ਨੀਵੇਂ ਮਾਡਲ ਬਹੁਤ ਚੱਲ ਰਹੇ ਆ, ਬਹੁਤ ਪ੍ਰਦੂਸ਼ਣ ਕਰ ਰਹੇ ਆ, ਇੱਕ ਸਾਊਂਡ ਬੜਾ ਕਰ ਰਿਹਾ। ਇਹਦੇ ਵਿੱਚ ਇਹੋ ਜਿਹਾ ਕੋਈ ਸਾਊਂਡ ਨਹੀਂ ਹੈਗਾ। ਸਮੂਥਲੈਸ ਗੱਡੀ ਹੈ, ਕਸਟਮਰ ਵਾਸਤੇ ਵੀ ਹੈ, ਜਿਹੜਾ ਡਰਾਈਵਰ ਵੀ ਹੈ ਉਹਦੇ ਵਾਸਤੇ ਵੀ ਹੈ, ਦੋਨਾਂ ਵਾਸਤੇ ਬੈਨੀਫਿਟ ਹੈਗਾ ਜੀ। ਸਾਨੂੰ ਆਪਣੇ ਪਿਆਜੋ ਪ੍ਰੋਡਕਟ ਦੀ ਮੈਂ ਗੱਲ ਕਰਾਂ, ਮੈਨੂੰ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਵੇ। ਰਾਹੀ ਦੀ ਸਕੀਮ ਹੈਗੀ ਹੈ, ਉਹਦੇ ਵਿੱਚ ਕਸਟਮਰ ਕਾਫੀ ਬੈਨੀਫਿਟ ਉਠਾ ਰਹੇ ਹੈਗੇ। ਮੈਂ ਆਪਣੇ ਵੀਰ ਭਰਾਵਾਂ ਨੂੰ ਕਹਿਣਾ ਚਾਹੁੰਦਾ ਵਾਂ ਕਿ ਵੱਧ ਚੜ੍ਹ ਕੇ ਆਪਣੇ ਪੁਰਾਣੇ ਆਟੋ ਨੂੰ ਦੇ ਕੇ ਨਵਾਂ ਆਟੋ ਖੜੋ, ਤੁਹਾਡੇ ਵਾਸਤੇ ਵੀ ਬੈਟਰ ਹੈਗਾ ਵੇ। ਕਸਟਮਰ ਵਾਸਤੇ ਤਾਂ ਬੈਨੀਫਿਟ ਹੈ ਹੀ ਹੈ, ਤੁਹਾਡੇ ਆਪਣੀ ਰੋਜੀ ਰੋਟੀ ਵਾਸਤੇ ਬਹੁਤ ਬੈਨੀਫਿਟ ਹੈ। ਤੁਸੀਂ 300 ਤੋਂ 400 ਦਾ ਰੋਜ਼ ਡੇਲੀ ਡੀਜ਼ਲ ਫੂਕ ਰਹੇ ਹੋ, अपनी रिपेयर कॉस्ट कट रहे हो, ये ਇਹੋ ਜਿਹਾ ਕੋਈ नहीं है। 3 साल तक कंपनी ਤੁਹਾਨੂੰ ਇਸ ਚੀਜ਼ ਦੀ ਗਰੰਟੀ ਦੇ ਰਹੀ ਹੈ। स्मार्ट सिटी प्रोजेक्ट के हेठ एक राही स्कीम चली है जिन्हों को असीं लगातार पिछले महीने कवर किया। ऑटोज़ का ट्रेंड आने वाला है और वेखांगे असीं कि डीजल ऑटोज़ हौली हौली सड़क तो हट जान। मेनटेनेंस कॉस्ट बहुत घट है, यदि कॉस्ट इफेक्टिव है, रादर असीं कहांगे एटमोसफेयर में कोई खतरा नहीं, सवारी में कोई खतरा नहीं, आराम नाल बैठणगे, कोई आवाज़ नहीं, वाइब्रेशनस नहीं, फालतू झटके नहीं। और सब तो वड्डी गल है कि एटमोसफेयर वास्ते बड़ा वड्डा एक रोल प्ले करेंगे ऑटो कि धुआं नहीं होएगा तो एटमोसफेयर क्लीन एंड क्लीयर होएगा। वधिया उपराला स्मार्ट सिटी का है, असीं थैंक्स करने इस प्रोडक्ट बारे कि जो है प्रोडक्ट लोगों ने और कंपनी ने सोचा। वधिया उपराला है और इस करके लोग भी इसका साथ दे रहे हैं। काफ़ी रजिस्ट्रेशन हो चुकी हैं और जिवें असीं सुनिया कि रिस्पॉन्स भी इनू अच्छा मिला है। कैमरा पर्सन विजय नाल JP सिंह, फास्ट न्यूज़ अमृतसर। विधायक डॉक्टर अजय गुप्ता ने पिंड मुल्ले ਚੱਕ ਤੋਂ ਦਾਣਾ ਮੰਡੀ ਭਗਤਾਂਵਾਲਾ ਤੱਕ ਜਾਣ ਵਾਲੀ ਸੜਕ ਦੇ ਉਸਾਰੀ ਕੰਮਾਂ ਦੀ ਸ਼ੁਰੂਆਤ ਕੀਤੀ।
ਉਹਨਾਂ ਆਖਿਆ ਕਿ ਇਸ ਇਲਾਕੇ ਵਿੱਚ ਸੀਵਰੇਜ ਦੇ ਕੰਮ ਵੀ ਛੇਤੀ ਕਰਵਾ ਦਿੱਤੇ ਜਾਣਗੇ। ਉਹਨਾਂ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਇਹਨਾਂ ਦੇ ਹੱਲ ਦਾ ਭਰੋਸਾ ਦਿੱਤਾ। ਇਲਾਕੇ ਦੇ ਕਈ ਲੋਕ ਮੌਜੂਦ ਸਨ। ਬੜੇ ਸਾਲਾਂ ਤੋਂ ਇਹ ਵਾਲੀ ਜਿਹੜੀ ਸੜਕ ਹੈ ਮੂਲੇ ਚੱਕ ਤੋਂ ਜਿਹੜੀ ਦਾਣਾ ਮੰਡੀ ਭਗਤਾਲੇ ਨੂੰ ਜਾਂਦੀ ਹੈ, ਕਾਫੀ ਸਾਲਾਂ ਤੋਂ ਇਹ ਰੋਡ ਜਿਹੜੀ ਸੀਗੀ ਖਰਾਬ ਪਈ ਹੈ। ਇਹਦੀ ਕਿਸੇ ਨੇ ਪੁੱਛ-ਗਿੱਛ ਨਹੀਂ ਸੀ ਕੀਤੀ, ਮਗਰ ਇਹਦਾ ਅੱਜ ਅਸੀਂ ਉਦਘਾਟਨ ਕੀਤਾ ਔਰ ਇਹ ਅੱਜ ਹੀ ਸੜਕ ਬਣਨੀ ਸ਼ੁਰੂ ਹੋ ਜਾਏਗੀ। ਸਾਰਿਆਂ ਨੂੰ ਮੈਂ ਮੁਬਾਰਕਬਾਦ ਦਿੰਦਾ। ਔਰ ਇੱਥੇ ਇੱਕ ਹੋਰ ਬੜੀ ਵੱਡੀ ਪ੍ਰੋਬਲਮ ਸੀਗੀ ਸੀਵਰੇਜ ਦੀ, ਉਹ ਵੀ ਅਸੀਂ ਜਿਹੜਾ ਸੀਵਰੇਜ ਭੋਰੇ ਪਾ ਕੇ ਤੇ ਉਹ ਵੀ ਮੇਨ ਸੀਵਰੇਜ ਦੇ ਨਾਲ ਮਿਲਾ ਰਹੇ ਹਾਂ। ਸੋ ਦੀ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਨੇ। ਐਮਐਲਏ ਸਾਹਿਬ ਨਾਲ ਗੱਲ ਵੀ ਕੀਤੀ ਆ ਤੇ ਐਮਐਲਏ ਸਾਹਿਬ ਕਹਿੰਦੇ ਬਹੁਤ ਜਲਦੀ ਇਸ ਮੁਸ਼ਕਲ ਦਾ ਹੱਲ ਕਰਾਂਗੇ। ਅਸੀਂ ਇਹਨਾਂ ਹੁਣੇ ਸਾਨੂੰ ਕਿਹਾ ਹੈ। ਥਾਣਾ ਮਹਿਤਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਇਸ ਦੇ ਪਾਸੋਂ ਇੱਕ ਪਿਸਤੌਲ ਅਤੇ 3 ਜਿੰਦਾ ਰੌਂਦ ਬਰਾਮਦ ਕੀਤੇ ਹਨ। ਇਹ ਜਾਣਕਾਰੀ ਦਿੰਦਿਆਂ ਦਿਹਾਤੀ ਪੁਲਿਸ ਦੇ ਐਸਪੀ ਗੁਰਪ੍ਰਤਾਪ ਸਿੰਘ ਸਹੋਤਾ ਨੇ ਦੱਸਿਆ ਕਿ ਪੁਲਿਸ ਨੇ 26 ਜੂਨ ਨੂੰ ਪਿੰਡ ਜਲਾਲ ਉਸਮਾ ਤੇ 20,000 ਰੁਪਏ, ਪਿੰਡ ਕੁਹਾਨਗੜ੍ਹ ਵਿਖੇ ਫਾਈਨੈਂਸ ਕੰਪਨੀ ਦੇ ਵਰਕਰ ਪਾਸੋਂ 1,02,000 ਰੁਪਏ ਦੀ ਲੁੱਟ ਕਰਨ ਵਾਲੇ ਗਿਰੋਹ ਦੇ ਇੱਕ ਮੈਂਬਰ ਜਗਦੀਸ਼ ਸਿੰਘ ਨੂੰ ਗ੍ਰਿਫਤਾਰ ਕਰਕੇ ਇੱਕ ਪਿਸਤੌਲ ਅਤੇ 3 ਜਿੰਦਾ ਰੌਂਦ ਬਰਾਮਦ ਕੀਤੇ ਹਨ। ਇਸ ਤੋਂ ਅੱਗੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪਰਸਨ ਸਿੰਘ ਵਾਸੀ ਠੱਠੀਆਂ ਜਿਹੜਾ ਇੱਕ ਦੋਸ਼ੀ ਸੀਗਾ, ਇਹਦਾ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਇਹਨੂੰ ਅਸੀਂ ਸੁਖਮਨ ਹਸਪੀਟਲ ਤਰਨਤਾਰਨ ਤੋਂ ਅਸੀਂ ਇਹਨੂੰ ਅਰੈਸਟ ਕੀਤਾ। ਇਹਦੇ ਵਿੱਚ ਜਦੋਂ ਇਹਦੀ ਮਜ਼ੀਦ ਪੁੱਛਗਿੱਛ ਕੀਤੀ ਗਈ ਤਾਂ ਇਹਨੇ ਆਪਣੀਆਂ ਕੀਤੀਆਂ ਹੋਈਆਂ ਵਾਰਦਾਤਾਂ ਮੰਨੀਆਂ ਕਿ ਇਹ ਦੋਨੋਂ ਵਾਰਦਾਤਾਂ ਦੇ ਵਿੱਚ ਇਨਵੋਲਵ ਸੀਗਾ। ਪੈਟਰੋਲ ਪੰਪ ਦੇ ਵਿੱਚ ਦੇ ਉੱਤੋਂ ਇਹਨਾਂ 20,000 ਰੁਪਈਆ ਲੁੱਟਿਆ ਸੀਗਾ ਤੇ ਜਿਹੜਾ ਉੱਥੇ ਕੰਮ ਕਰ ਰਿਹਾ ਵਿਅਕਤੀ ਸੀਗਾ ਉਹਦੇ ਪੈਰ ਦੇ ਵਿੱਚ ਗੋਲੀ ਲੱਗੀ ਸੀਗੀ। ਇਸ ਦੇ ਨਾਲ ਹੀ ਜਿਹੜੀ ਕੁਹਾੜਵਿੰਡ ਇੱਕ ਫਾਈਨੈਂਸ ਕੰਪਨੀ ਸੀਗੀ, ਉੱਥੋਂ ਇਹਨਾਂ ਨੇ 1,20,000 ਰੁਪਏ ਲੁੱਟੇ ਸੀਗੇ ਤੇ 2 ਮੋਬਾਈਲ ਉਹਨਾਂ ਦੇ ਨਾਲ ਖੋਏ ਸੀਗੇ। ਉਹ ਦੋਨੋਂ ਵਾਰਦਾਤਾਂ ਨੂੰ ਇਹਨੇ ਅੰਜਾਮ ਦਿੱਤਾ ਸੀਗਾ। ਜਦ ਇਸ ਵਿਅਕਤੀ ਨੂੰ ਮੁਕੱਦਮਾ ਦੇ ਵਿੱਚ ਜਿਹੜਾ ਵਾਰਦਾਤ ਦੇ ਵਿੱਚ ਵਰਤਿਆ ਹੋਇਆ ਵੈਪਨ ਰਿਕਵਰ ਕਰਨ ਵਾਸਤੇ ਬੁੱਟਰ ਮਿਲ ਲਾਗੇ ਇਹਨੇ ਇੱਕ ਅਬੈਂਡਨਡ ਘਰ ਦੀ ਸਾਨੂੰ ਜਗ੍ਹਾ ਦੱਸੀ ਜਿੱਥੇ ਇਹਨੇ ਆਪਣਾ ਵੈਪਨ ਲਗਾ ਕੇ ਰੱਖਿਆ ਹੋਇਆ ਸੀਗਾ। ਪੁਲਿਸ ਨੂੰ ਚਕਮਾ ਦੇ ਕੇ ਉਹਨੂੰ ਧੱਕਾ ਮਾਰ ਕੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ। ਜੋ ਇਹ ਭੱਜਣ ਦੀ ਕੋਸ਼ਿਸ਼ ਵਿੱਚ ਇਹਨੇ ਛੱਤ ਤੋਂ ਹੀ ਥੱਲੇ ਛਾਲ ਮਾਰ ਦਿੱਤੀ। ਦੌਰਾਨੇ ਇਸ ਜਿਹੜੀ ਕਾਰਵਾਈ ਹੋਈ ਹੈ, ਜਦੋਂ ਇਹਨੇ ਛੱਤ ਤੋਂ ਥੱਲੇ ਛਾਲ ਮਾਰ ਦਿੱਤੀ, ਮੈਂ ਦੱਸਣਾ ਚਾਹਾਂਗਾ ਕਿ ਇਸ ਵਿਅਕਤੀ ਦੀਆਂ ਦੋਨੋਂ ਲੱਤਾਂ ਜਿਹੜੀਆਂ ਨੇ ਉਹ ਇੰਜਰਡ ਹੋਈਆਂ ਨੇ। ਜੋ ਮੁਤਾਬਕ ਇਨਫੋਰਮੇਸ਼ਨ ਜੋ ਡਾਕਟਰ ਸਾਹਿਬ ਨੇ ਸਾਨੂੰ ਦੱਸਿਆ, ਇਹਦੀ ਇੱਕ ਲੱਤ ਕਾਫੀ ਬੁਰੀ ਤਰ੍ਹਾਂ ਫ੍ਰੈਕਚਰ ਹੋ ਗਈ ਹੈ ਤੇ ਦੂਸਰੀ ਲੱਤ ਦੇ ਉੱਤੇ ਵੀ ਫ੍ਰੈਕਚਰ ਹੈ। ਜੋ ਇਹ ਵਿਅਕਤੀ ਮੈਂ ਦੱਸਣਾ ਚਾਹਾਂਗਾ ਕਿ ਇਹ ਕੱਲ ਅਰੈਸਟ ਹੋਇਆ ਸੀਗਾ ਤੇ ਇਹਦੇ ਵਿੱਚ ਸਾਡੀਆਂ 2 ਵਾਰਦਾਤਾਂ ਜਿਹੜੀਆਂ ਲਿਸਟਡ ਵਾਰਦਾਤਾਂ ਸੀਗੀਆਂ ਉਹ ਟਰੇਸ ਹੋਈਆਂ ਨੇ। ਰਾਹੀ ਸਕੀਮ ਦੇ ਤਹਿਤ ਆਟੋ ਤੇ ਡੀਜ਼ਲ ਆਟੋ ਚਾਲਕਾਂ ਦੇ ਪਰਿਵਾਰਾਂ ਨੂੰ ਮੁਫਤ ਕੌਸ਼ਲ ਵਿਕਾਸ ਟ੍ਰੇਨਿੰਗ ਦੇਣ ਲਈ ਸਮਾਰਟ ਸਿਟੀ ਅਤੇ ਸਨ ਫਾਊਂਡੇਸ਼ਨ ਵਿਚਾਲੇ ਸਮਝੌਤਾ ਹੋਇਆ ਹੈ। ਸਮਾਰਟ ਸਿਟੀ ਅੰਮ੍ਰਿਤਸਰ ਦੇ CEO ਸੰਦੀਪ ਰਿਸ਼ੀ ਅਤੇ ਸਨ ਫਾਊਂਡੇਸ਼ਨ ਦੇ ਡਾਇਰੈਕਟਰ ਕੰਵਰ ਸੁਖਜਿੰਦਰ ਸਿੰਘ ਛਤਵਾਲ ਨੇ MOU ਤੇ ਸਾਈਨ ਕੀਤੇ। ਜੁਆਇੰਟ ਕਮਿਸ਼ਨਰ ਹਰਦੀਪ ਸਿੰਘ, ਆਸ਼ੀਸ਼ ਕੁਮਾਰ ਵੀ ਮੌਜੂਦ ਸਨ। ਖਾਲਸਾ ਜਨ ਕਲਿਆਣ ਮੋਰਚਾ ਵੱਲੋਂ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਵਾਹਨ ਚਾਲਕਾਂ ਵਿੱਚ ਫਸਟ ਏਡ ਕਿਟਸ ਵੰਡੀਆਂ ਗਈਆਂ। ADCP ਟ੍ਰੈਫਿਕ ਅਮਨਦੀਪ ਕੌਰ ਉਚੇਚੇ ਤੌਰ ਤੇ ਮੌਜੂਦ ਸਨ ਅਤੇ ਉਹਨਾਂ ਨੇ ਖਾਲਸਾ ਜਨ ਕਲਿਆਣ ਮੋਰਚੇ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਮੋਰਚੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੁਰੱਖਿਅਤ ਡਰਾਈਵਿੰਗ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ। ਇਹਨਾਂ ਦੇ ਨਾਲ ਮਿਲ ਕੇ ਜਿਹੜਾ ਵਾ ਅੱਜ ਅਸੀਂ ਜਿਹੜੀਆਂ ਫਸਟ ਏਡ ਕਿੱਟਾਂ ਵਾ ਉਹ ਜਿਵੇਂ ਗੱਡੀਆਂ ਵਾਲੇ, ਕਾਰਾਂ ਵਾਲੇ ਹੋ ਗਏ, ਸਕੂਲ ਵੈਨ ਹੋ ਗਏ, 2 ਵੀਲਰਸ ਹੋ ਗਏ, ਬੱਸਾਂ ਵਾਲੇ ਹੋ ਗਏ, ਟਰੱਕਸ ਵਾਲੇ ਹੋ ਗਏ, ਜਿੱਥੇ ਮਤਲਬ ਕਿਤੇ ਰਸਤੇ ਦੇ ਵਿੱਚ ਜਾਂ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਆ, ਜਿਹਦੇ ਵਿੱਚ ਵੱਖਰੀ ਤਰ੍ਹਾਂ ਦੀਆਂ ਮੈਡੀਸਿਨਸ ਆ, ਪੇਟ ਦੀਆਂ ਪ੍ਰੋਬਲਮਸ ਹੋ ਗਈਆਂ, ਵੋਮਟਿੰਗ ਹੋ ਗਈ, ਕੋਈ ਸੱਟ ਪੇਟ ਲੱਗ ਜਾਂਦੀ ਆ, ਉਹਦੇ ਵਾਸਤੇ ਬੀਟਾਡੀਨ ਔਰ ਬੈਂਡੇਜ ਵਗੈਰਾ ਦਿੱਤੀਆਂ, ਜਿਹਦੇ ਵਿੱਚ ਲੋਕਾਂ ਨੂੰ ਕਾਫੀ ਜਿਹੜੀ ਸਹਾਇਤਾ ਵਾ। ਮਤਲਬ ਆਉਣ ਵਾਲੇ ਸਮੇਂ 'ਚ ਛੋਟੇ ਐਕਸੀਡੈਂਟ ਹੋ ਜਾਂਦੇ ਆ ਜਿਹੜੇ ਮੌਕੇ ਤੇ ਜਿਹੜੀ ਫਸਟ ਏਡ ਕਿੱਟ ਪ੍ਰੋਵਾਈਡ ਨਹੀਂ ਹੁੰਦੀ ਔਰ ਨਾ ਹੀ ਕੋਈ ਕਰ ਪਾਉਂਦਾ ਵਾ। ਤੇ ਇਹਨਾਂ ਨੇ ਜਿਹੜੀਆਂ ਵਾ ਉਹ ਸਾਰਿਆਂ ਨੂੰ ਅੱਜ ਮਤਲਬ ਦੇ ਰਹੇ ਆ, ਜਿਹਦੇ ਨਾਲ ਸਾਨੂੰ ਕਾਫੀ ਇਹਨਾਂ ਦਾ ਸਹਿਯੋਗ ਜਿਹੜਾ ਉਹ ਸਾਨੂੰ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ। ਸਰ ਇਹ ਤਾਂ ਮੈਂ ਵੱਖ ਸੰਸਥਾ 'ਚ ਰਿਹਾ ਲੌਂਗ ਟਾਈਮ ਤੋਂ, ਕਾਫੀ ਮੇਰਾ ਸੰਘਰਸ਼ ਹੈ ਜੀ। ਮੈਂ ਵਾਲਮੀਕ ਸਮਾਜ 'ਚ ਵੀ ਰਿਹਾ ਜੀ, ਵੀ ਸਮਾਜ ਸਾਡਾ ਜੀ, ਸਾਰੇ ਸਾਡੇ ਭਰਾ ਵਾ। ਔਰ ਜਿਹੜੀ ਮੇਰੀ ਆਪਣੀ ਸੰਸਥਾ ਜਿਹੜੀ NGO ਬਣਾਈ ਹੈ, ਇਹ ਸਰ ਮੈਨੂੰ ਆਈ ਥਿੰਕ 1.5-2 ਮਹੀਨੇ ਹੋ ਗਏ ਆ। ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ, ਫਾਸਟਵੇ ਮੂਵੀ ਚੈਨਲ ਨੰਬਰ 241 ਤੇ, ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ, ਫਾਸਟਵੇ ਮਿਊਜ਼ਿਕ ਚੈਨਲ ਨੰਬਰ 243 ਤੇ, ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556, ਸ਼੍ਰੀ ਦੁਰਗਿਆਨਾ ਤੀਰਥ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ। ਮੰਦਿਰ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ। ਫਾਸਟਵੇ ਦੇ ਲੋਕਲ ਚੈਨਲਾਂ ਤੇ ਐਡਵਰਟਾਈਜ਼ਮੈਂਟ ਦੇਣ ਲਈ
फोन नंबर 7009308833 ਤੇ ਸੰਪਰਕ ਕੀਤਾ ਜਾ ਸਕਦਾ ਹੈ। ਪਿਛਲੇ ਤਕਰੀਬਨ 20-30 ਸਾਲਾਂ ਤੋਂ ਅਸੀਂ ਆਪਣੇ ਆਪ ਨੂੰ ਆਪਣੇ ਪਰਿਵਾਰ ਵਿੱਚ ਸਾਥੀ, ਬੱਚੇ, ਬਜ਼ੁਰਗ, ਬਿਜ਼ਨਸ, ਜੌਬ ਅਤੇ ਫਾਈਨੈਂਸ਼ੀਅਲ ਸਟੇਟਸ ਨੂੰ ਮੇਨਟੇਨ ਕਰਨ ਵਿੱਚ ਹੀ ਖਤਮ ਕਰ ਦਿੱਤੇ ਹਨ। ਇਸ ਨਾਲ ਅਸੀਂ ਆਪਣੇ ਸਰੀਰ ਦੀ ਪਾਵਰ ਘਟਾ ਦਿੱਤੀ ਹੈ ਅਤੇ ਜ਼ਿੰਦਗੀ ਦੀ ਚੁਣੌਤੀਆਂ ਨੂੰ ਚੱਲਣ ਵਿੱਚ ਦਿੱਕਤਾਂ ਆ ਰਹੀਆਂ ਹਨ। ਇਹਨਾਂ ਮੁਸ਼ਕਿਲਾਂ ਨੂੰ ਜਿੱਤਣ ਲਈ ਮੈਤਰੀ ਬੋਧ ਪਰਿਵਾਰ ਵੱਲੋਂ 2 ਦਿਨਾਂ ਦਾ ਸੈਮੀਨਾਰ ਰੱਖਿਆ ਜਾ ਰਿਹਾ ਹੈ, ਜਿਸ ਵਿੱਚ ਬੋਧ ਰਾਹੀਂ ਅਵੇਕਨਿੰਗ ਅਤੇ ਪਿਊਰੀਫਿਕੇਸ਼ਨ ਵੱਲ ਧਿਆਨ ਦਿੱਤਾ ਜਾਵੇਗਾ। ਆਉਣ ਵਾਲੀ 5 ਅਤੇ 6 ਅਗਸਤ 2023 ਨੂੰ ਇਹ ਬੋਧ ਰਣਜੀਤ ਵਿਲਾਸ, ਪਾਮ ਗਰੋਵ, 에ਅਰਪੋਰਟ ਰੋਡ, ਅੰਮ੍ਰਿਤਸਰ ਵਿਖੇ ਕਰਵਾਇਆ ਜਾ ਰਿਹਾ ਹੈ। ਵਧੇਰੀ ਜਾਣਕਾਰੀ ਲਈ ਫੋਨ ਨੰਬਰ 9815109394 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਮੈਤਰੀ ਬੋਧ परिवार तो एक मेंबर ने अपने विचार साझे किए। पिछले 10-11 साल से मैं मैत्री बोध परिवार से जुड़ी हूँ, जहाँ मैत्री दादाश्री जी मेरे मास्टर है, मेरे गुरु हैं। तो अभी सवाल ये आता है कि इतने सारे गुरुओं के पास जाके मैं यहाँ पे स्थिर क्यों हो गई। एक चीज होती है पढ़ना, पढ़ाई करना, बहुत सारा ज्ञान मिलना, ये सब जो मैंने हासिल किया, लेकिन वो नॉलेज मेरा नहीं था, उसकी अनुभूति मुझे नहीं आ रही थी। हमेशा मुझे ऐसा लगता था कि कुछ मिसिंग है, लेकिन मुझे समझ भी नहीं आ रहा था क्या मिसिंग है। तो मैं इधर उधर झटपटाती रही, हमेशा इधर जाओ उधर जाओ, इनसे मिलो उनको मिलो कर मैं थक गई। फिर मुझे दादाश्री जी से की मुलाकात मेरी हो गई। एक लाइफ पॉजिटिव मैगजीन था, उसमें मैंने इनके बारे में पढ़ा और मैं उनको जाके मिली। दादाश्री जी के पास जाके मिली तब उनका बोध 1 होने वाला था उस वक्त। तो मुझे कहा गया कि हम फुल है, अभी जगह नहीं है। ऐसे मुझे पता नहीं जगह वगैरह, मैं इधर आने वाली हूँ, मैं इधर रास्ते पे बैठ जाऊंगी, जमीन पे बैठ जाऊंगी, स्टेप्स पे बैठ जाऊंगी, लेकिन मैं ये प्रोग्राम अटेंड करने वाली हूँ, चाहे कुछ भी हो। इट्स वेरी इंपॉर्टेंट इन योर स्पिरिचुअल जर्नी। आपको एक्सपीरियंस मिलना, आपको अनुभूति होना, ये बहुत जरूरी होता है, देन इट इज योर्स। ज्ञान तो मिलता है, अभी नेट पर भी बहुत सारी चीजें अवेलेबल है, ज्ञान तो कहीं से भी मिलता है, बट उस ज्ञान का अनुभव होना, अनुभूति होना एक अलग चीज है, जो मुझे यहाँ पे मिली। और जिस ट्रांसफॉर्मेशन की बात दादा कर रहे हैं, मेरे अपने जीवन में मैं हर क्षण, हर घड़ी वो ट्रांसफॉर्मेशन एक्चुअली एक्सपीरियंस कर रही थी। वो हुआ बोध की वजह से। इसलिए मैं हमेशा लोगों को ये बोलती हूँ कि आपने भले बहुत कुछ सीखा होगा, modalities, you know, there are so many people have done Reiki, pranic healing, they're very good. मैंने खुद बहुत modalities की है, but modalities करना और एक प्रोसेस से गुजरना, ये 2 अलग चीजें हैं। बोध इज अ प्रोसेस से क्या होता है, आपके ब्रेन पर परिवर्तन होता है। मेरिडियंस ऑफ द ब्रेन, मतलब वो जो अपनी नर्व्स, जो व्हाटएवर सिस्टम है, उनके ऊपर उसका असर होता है, और जब वो असर होता है तो आपको उसकी अनुभूति आना शुरू होती है। दैट इज वेरी इसेंशियल। तो ये हमने एक्सपेरिमेंट करके देखा है एक्चुअली ब्रेन पे क्या असर होता है शक्ति प्रवाह का, विच इज देयर ऑन आवर वेबसाइट। तो ये एक्चुअल मतलब लोगों को प्रूफ चाहिए अगर किसी चीज का, कि टेल मी एग्जैक्टली ये होता है क्या, ऐसा होता है क्या, तो ये है हमारे पास प्रूफ, इट्स ऑन आवर वेबसाइट, तो विच वी नो। ओके, अभी प्यूरिफिकेशन में क्या होता है, आपके चित्त पर काम किया जाता है। व्हाट इज चित्त? चित्त इज योर कंडीशनिंग, चित्त इज योर संस्कार, जो आप हमारे अंदर भरे हुए हैं, वो संस्कार है, दैट इज चित्त। नॉट ओनली दिस लाइफ टाइम, इस लाइफ टाइम के नहीं, लेकिन पीछे की कई लाइफ टाइम से जो हमारी कंडीशनिंग है, उसकी सफाई होती है। अभी इसका परिणाम क्या होता है, आपके भौतिक जीवन में सारी चीजें आपको कुछ ना कुछ चेंजेस आपको नजर आएंगे। सी प्रॉब्लम इज आइदर सॉल्व्ड और डिसॉल्व्ड। या तो वो प्रॉब्लम जो है, आपका जो सिचुएशन है, वो सॉल्व हो जाएगा या फिर डिसॉल्व हो जाएगा। ये 2 ही चीजें हो सकती है। सो दिस इज व्हाट हैपेंस विथ बोध 1 and 2। 2 इज वेरी इंटेंस। वहां पे हवन ववन बहुत सारी चीजें होती हैं, जहां पे आपके ऊपर बहुत सारा काम किया जाता है, आपके चित्त पर, आपके इनसाइड, इनर लेवल्स पे, इनर सटल बॉडी पे, आपके एस्ट्रल बॉडी पे बहुत सारा काम किया जाता है। सो दैट रिफ्लेक्ट्स इन आवर आउटसाइड, इन योर भौतिक लाइफ। ये हुआ भौतिक लोग जिनको भौतिक चीजों को लेके प्रॉब्लम्स हैं, उनके लिए है कि दिस विल बी सॉल्व्ड और डिसॉल्व्ड, 2 चीजें। तीसरा, अभी मेरे जैसे लोग जो स्पिरिचुअलिटी
को ज्यादा जानने की या एक्सपीरियंसेस लेना या मेरे अंदर कुछ चेंज आना चाहिए। अगर सीकर्स हैं तो स्पिरिचुअलिटी में अगर सीकर्स है, हार्डकोर सीकर जैसे मैं थी, अभी उनके लिए क्या होगा? उनके लिए वो स्पिरिचुअल ट्रांसफॉर्मेशन वेरी इन अ वेरी बिग वे इट विल हैपन। ये हमेशा दिमाग में होता है कि नो आई वांट टू बी एनलाइटेंड, आई वांट टू बी अवेकन। बट एक चीज आपको ये बताना जरूरी है, जो मुझे यहाँ आके पता चला, मैत्री बोध परिवार में आके पता चला, कि एनलाइटमेंट और अवेकनिंग ये एंड ऑफ द स्पिरिचुअल जर्नी नहीं है, ये तो शुरुआत है। इसके आगे आपका ट्रांसफॉर्मेशन होना है। भले आपको वो हो जाए, लेकिन आप ट्रांसफॉर्म नहीं हो, आप परिवर्तित नहीं हो, तो एनलाइटमेंट स्टेट का कुछ मतलब नहीं होता। यू हैव टू बी ट्रांसफॉर्म फ्रॉम इनसाइड, विच इज व्हाट इज द मिशन एंड द विजन ऑफ मैत्रेय दादाश्री जी की ट्रांसफॉर्मेशन हर एक इंसान में होना चाहिए। आपके माइंड हैज टू बी ट्रांसफॉर्म, आपका माइंड एंड योर हार्ट हैज टू बी ट्रांसफॉर्म। जब तक वो दो चीजें नहीं होती, तब तक आप परिवर्तन एक्सपीरियंस नहीं कर पाएंगे। सो दिस इज व्हाट हैपेंस विथ बोध। एंड ये मैं इतनी दावे के साथ इसलिए कह रही हूं कि मैंने ये खुद एक्सपीरियंस किया है। मैं कई जगह पे जाके आई हूं इन 35-36 years ऑफ माई लाइफ। आई हैव रियली वर्कड ऑन माई सेल्फ अ लॉट, लेकिन यहां आने के बाद में जो मैंने एक्सपीरियंस किया या महसूस किया, वो मैंने कहीं नहीं महसूस किया। थाना कैंट पुलिस ने 2 ਦੋਸ਼ੀਆਂ अजय कुमार ਤੇ ਹਰਜੀਤ ਸਿੰਘ ਨੂੰ गिरफ्तार करके ਇਹਨਾਂ ਪਾਸੋਂ ਚੋਰੀ ਦੇ 5 ਮੋਟਰਸਾਈਕਲ ਬਰਾਮਦ ਕੀਤੇ ਹਨ। ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਵਿਜੇ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਟੀਕਾਕਰਨ ਅਫਸਰ ਡਾਕਟਰ ਭਾਰਤੀ ਤਵਨ ਦੀ ਅਗਵਾਈ ਹੇਠ ਸਿਵਲ ਹਸਪਤਾਲ ਵਿਖੇ ਮਾਂ ਦਾ ਦੁੱਧ ਦੀ ਮਹੱਤਤਾ ਸੰਬੰਧੀ ਜ਼ਿਲ੍ਹਾ ਪੱਧਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਉਪਰਾਲੇ ਦਾ ਮੇਨ ਮਕਸਦ ਮਾਂ ਦਾ ਦੁੱਧ ਦੀ ਮਹੱਤਤਾ ਦੱਸਣਾ ਸੀ। ਇਸ ਮੌਕੇ ਐਸਐਮਓ ਡਾਕਟਰ ਮਦਨ ਮੋਹਨ, ਡਾਕਟਰ ਸਰਤਾਜ ਸਿੰਘ, ਮਾਸ ਮੀਡੀਆ ਅਫਸਰ ਰਾਜਕੌਰ, ਜ਼ਿਲ੍ਹਾ MEIO ਅਮਰਦੀਪ ਸਿੰਘ, ਕਮਲ ਪੱਲਾ, ਰਸ਼ਪਾਲ ਸਿੰਘ ਸਮੇਤ ਸਮੂਹ ਸਟਾਫ ਮੈਂਬਰਸ ਮੌਜੂਦ ਸਨ। ਜੀ ਆਪਣਾ ਜਿਹੜਾ ਬ੍ਰੈਸਟ ਫੀਡਿੰਗ ਵੀਕ ਮਨਾਇਆ ਜਾ ਰਿਹਾ, ਇਹਦੀ ਸ਼ੁਰੂਆਤ ਜਿਹੜੀ ਹੈ ਡਾਕਟਰ ਭਾਰਤੀ ਤਵਨ DIO ਨੇ ਤੇ ਕੀਤੀ ਹੈ। ਤੇ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ, ਜਿਹੜੇ ਨਵ ਆਪਣੇ ਜਨਮੇ ਬੱਚਿਆਂ ਦੀ ਮਾਵਾਂ ਨੇ, ਜਿਵੇਂ ਕਿ ਦੱਸਿਆ ਗਿਆ ਸਾਡੇ ਵੱਖ-ਵੱਖ ਬੁਲਾਰਿਆਂ ਵੱਲੋਂ ਕਿ ਉਹਨਾਂ ਨੂੰ ਤੁਸੀਂ ਜਿਹੜੀ ਹੈਗੀ ਹੈ ਬ੍ਰੈਸਟ ਫੀਡਿੰਗ ਉਹ ਹੀ ਦਿੱਤੀ ਜਾਵੇ, ਪਰ ਜਿਹੜੀ ਬੋਟਲ ਫੀਡਿੰਗ ਹੈਗੀ ਹੈ ਉਹਨੂੰ ਆਪਣੇ ਨਕਾਰਿਆ ਜਾਵੇ ਮਤਲਬ ਕਿ ਉਹਨੂੰ ਬਿਲਕੁਲ ਹੀ ਨਾ ਦਿੱਤੀ ਜਾਵੇ, ਕੇਵਲ ਬ੍ਰੈਸਟ ਫੀਡਿੰਗ ਹੀ ਦਿੱਤੀ ਜਾਵੇ। ਜਿਹੜੇ ਆਪਣੇ ਬੱਚੇ ਮਾਂ ਦੁੱਧ ਪੀਂਦੇ ਨੇ ਉਹ ਆਪਣੇ ਮਾਨਸਿਕ ਤੌਰ 'ਤੇ ਵੀ ਸਰੀਰਕ ਤੌਰ 'ਤੇ ਵੀ ਜ਼ਿਆਦਾ ਸਿਹਤਮੰਦ ਅਤੇ ਤੰਦਰੁਸਤ ਹੁੰਦੇ ਨੇ। ਇਸ ਲਈ ਮੈਂ ਤੁਹਾਡੇ ਮੀਡੀਆ ਜਿਹੜੇ ਸਾਡੇ ਭਾਈ ਹੈਗੇ, ਤੁਸੀਂ ਤੁਹਾਨੂੰ ਵੀ ਅਪੀਲ ਕਰਾਂਗਾ ਕਿ ਤੁਸੀਂ ਮੈਕਸਿਮਮ ਲੋਕਾਂ ਦੇ ਵਿੱਚ ਜਿਹੜੀ ਅਵੇਅਰਨੈਸ ਹੈ ਫੈਲਾਓ। ਜਿਹੜੀ ਬ੍ਰੈਸਟ ਫੀਡਿੰਗ ਵੀਕ ਹੈ ਇਹਨੂੰ ਆਪਾਂ ਪੂਰਾ ਆਪਣੇ ਕਾਮਯਾਬੀ ਨਾਲ ਮਨਾਈਏ। ਸਰਹੱਦੀ ਪਿੰਡ ਗੋਰੇ ਨੰਗਲ ਵਿਖੇ ਜ਼ਮੀਨ ਹੜਪਣ ਤੋਂ ਬਾਅਦ ਇੱਕ ਦਮਾਦ ਨੇ ਆਪਣੇ ਸੱਸਰ ਨੂੰ ਜਬਰਨ ਅਗਵਾ ਕਰ ਕਾਰ ਵਿੱਚ ਲੈ ਜਾਣ ਦੇ ਆਰੋਪ ਇਸ ਵਿਅਕਤੀ ਦੀ ਸੱਸ ਮਨਜੀਤ ਕੌਰ ਨੇ ਲਗਾਏ ਹਨ। ਦੂਜੇ ਪਾਸੇ ਇਸ ਔਰਤ ਦੇ ਦਮਾਦ ਮਹਾਵੀਰ ਸਿੰਘ ਨੇ ਕਿਹਾ ਕਿ ਉਹ ਆਪਣੇ ਸੱਸਰ ਨੂੰ ਇਲਾਜ ਲਈ ਲੈ ਕੇ ਗਿਆ ਸੀ। DSP ਸੰਜੀਵ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਮਿਲੀ ਹੈ, ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਗੱਲ ਮੇਰੀ 2 ਬੇਟੀ ਸੀ ਤੇ ਇੱਕ ਸਾਨੂੰ ਜਵਾਈ ਕਰਦਾ ਹੈ ਸੇਵਾ ਚਾਕਰੀ ਤੇ ਇੱਕ ਮਨ ਪੈਂਦਾ ਵਾ, ਮਤਲਬ ਯਾਨੀ ਵੇਖ ਲਾ ਸੀ। ਉਹਨਾਂ ਨੇ ਹੁਣ ਆਏ ਤੇ ਹੱਥਾਪਾਈ ਕਰਕੇ ਤੇ ਮੇਰੇ ਪਤੀ ਨੂੰ ਧੋ ਕੇ ਲੈ ਗਏ। ਆਂਦੇ ਪੈੜੀ ਬੰਦਾ ਦੋ ਸਾਨੂੰ, ਅਸੀਂ ਨਹੀਂ ਦੇਣਾ ਚਾਹੁੰਦੇ, ਅਸੀਂ ਆਖਿਆ ਵੀ ਜਿੱਤੇ ਜੀ ਨਹੀਂ ਦੇਣੀ, ਸਾਡੇ ਮਗਰੇ ਵੱਜ। ਸਰ ਉਹ ਆਪਾਂ ਖੜ ਕੇ ਉਹਨੂੰ ਬਹਾਉਣ ਡਏ ਆ, ਉਹਦੇ ਵਿੱਚ ਇੱਕ ਸਰ ਜਿਹੜੀ ਮੇਨ ਪ੍ਰੋਬਲਮ ਇਸ਼ੂ ਬਣਾਈ ਜਾਣ ਡਿਆ ਚਪੇੜ ਦਾ। ਸਰ ਉਹ ਕੋਈ ਚਪੇੜ ਨਹੀਂ ਵੱਜੀ, ਉਹ ਸਰ ਮੇਰੀ ਵਾਈਫ ਆ। ਉਹਨੂੰ ਸਰ ਇਹ ਆਪਾਂ ਕਿਹਾ ਵੀ ਜਾ ਕੇ ਬੱਚੇ ਅੰਦਰ ਛੋਟੇ ਛੋਟੇ ਉਹ ਰੋਣ ਡਏ ਸੀ ਵੀ ਜਾ ਕੇ ਬੱਚੇ ਫੜ ਲਿਆ। ਸਰ ਇਸ ਕਰਕੇ ਉਹਨੂੰ ਅੰਦਰ ਭੇਜਿਆ ਵੀ ਜਾ ਕੇ ਬੱਚੇ ਲਿਆ ਫੜ ਕੇ, ਜਦ ਕਿ ਹੋਰ ਕੋਈ ਗੱਲ ਨਹੀਂ। ਗੋਰੇ ਨੰਗਲ ਤੋਂ ਮਨਦੀਪ ਕੌਰ ਨੇ ਦਰਖਾਸਤ ਦਿੱਤੀ ਹੈ, ਨਾਲ ਉਹਨੇ ਵੀਡੀਓ ਫੁਟੇਜ ਵੀ ਪੇਸ਼ ਕੀਤੀ ਹੈ ਕਿ ਉਹਦੇ ਫਾਦਰ ਸ਼ਰਮ ਸਿੰਘ ਨੂੰ ਉਹਦੀ ਦੂਸਰੀ ਭੈਣ ਜਿਹੜੀ ਮਧੂ ਖੋਖਰ ਲੋਪੋਕੇ ਥਾਣੇ ਵਿਆਹੀ ਹੈ ਤੇ ਉਹ ਤੇ ਉਹਦਾ ਹਸਬੈਂਡ ਤੇ ਉਹਨੂੰ ਜ਼ਬਰਦਸਤੀ ਲੈ ਗਏ ਨੇ। ਵੀਡੀਓ ਫੁਟੇਜ ਵਿੱਚੋਂ ਜ਼ਿਆਦਾ ਕਲੀਅਰ ਨਹੀਂ ਹੁੰਦਾ, ਬਟ ਉਹਦੇ ਵਿੱਚੋਂ ਉਹਦੇ ਖੋਖਰ ਵਾਲਾ ਆਦਮੀ ਆਪਣੀ ਘਰਵਾਲੀ ਨਾਲ ਹੀ ਲੜਦਾ ਨਜ਼ਰ ਆ ਰਿਹਾ। ਤੇ ਇਸ ਗੱਲ ਦੀ ਪੜਤਾਲ ਕਰ ਰਹੇ ਹਾਂ ਕਿ ਕਿਹਨਾਂ ਹਾਲਾਤਾਂ ਦੇ ਵਿੱਚ ਬਜ਼ੁਰਗ ਨੂੰ ਲੈ ਕੇ ਗਏ ਨੇ ਤੇ ਕੀ ਇਹਦਾ ਮਕਸਦ ਹੈ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਨਾਗ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਿਤ ਕਰਦਿਆਂ ਸੂਬਾ ਪ੍ਰਧਾਨ ਬਲਦੇਵ ਸਿੰਘ ਜੀਰਾ ਨੇ ਪੰਜਾਬ ਵਿੱਚ ਹੋਏ ਹੜ੍ਹਾਂ ਨਾਲ ਕਿਸਾਨਾਂ ਦੇ ਨੁਕਸਾਨ ਲਈ ਪੰਜਾਬ ਸਰਕਾਰ ਤੋਂ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਆਖਿਆ ਗਿਆ ਕਿ 22 ਅਗਸਤ ਨੂੰ ਚੰਡੀਗੜ੍ਹ ਵਿਖੇ ਵੱਡਾ ਇਕੱਠ ਕੀਤਾ ਜਾਵੇਗਾ। ਸਕੱਤਰ ਸਵਿੰਦਰਪਾਲ ਮੱਲੋਵਾਲੀ, ਕਰਮ ਸਿੰਘ ਰਾਜਾ ਸਾਂਸੀ, ਕੁਲਵਿੰਦਰ ਸਿੰਘ, ਗੁਰਿੰਦਰਬੀਰ ਸਿੰਘ ਅਤੇ ਦਲਜੀਤ ਸਿੰਘ ਗਿੱਲ ਵੀ ਮੌਜੂਦ ਸਨ। ਦੇਖੋ, ਅੱਜ ਅਸੀਂ ਜ਼ਿਲ੍ਹੇ ਦੀ ਮੀਟਿੰਗ ਸੱਦੀ ਹੈ। ਜ਼ਿਲ੍ਹੇ ਨਾਲ ਸੰਬੰਧਿਤ ਕੁਝ ਸਮੱਸਿਆਵਾਂ ਸੀ, ਉਹਦੇ ਬਾਰੇ ਚਰਚਾ ਕੀਤੀ ਹੈ। ਇਸ ਤੋਂ ਬਿਨਾਂ ਸਾਡੇ ਕੋਈ ਪ੍ਰੋਗਰਾਮ ਜਿਹੜੇ ਆ ਰੱਖੇ ਹੋਏ ਆ, ਜਿਸ ਤਰ੍ਹਾਂ 22 ਤਰੀਕ ਦਾ ਪ੍ਰੋਗਰਾਮ ਰੱਖਿਆ ਹੋਇਆ, ਸਾਡਾ 27 ਤਰੀਕ ਦਾ ਪ੍ਰੋਗਰਾਮ ਰੱਖਿਆ ਹੋਇਆ, ਵਰਕਸ਼ਾਪ ਨਾਲ 2-3 ਤਰੀਕ ਦੀ ਸਾਡੀ ਵਰਕਸ਼ਾਪ ਰੱਖੀ ਹੋਈ ਆ। ਸੋ ਉਸ 'ਤੇ ਵਿਚਾਰ ਚਰਚਾ ਕਰਨ ਵਾਸਤੇ ਅਤੇ ਉਹਨਾਂ ਨੂੰ ਸਫਲ ਕਰਨ ਵਾਸਤੇ ਅੱਜ ਦੀ ਅਸੀਂ ਇਹ ਜਿਹੜੀ ਮੀਟਿੰਗ ਸੱਦੀ ਹੋਈ ਹੈ। ਦੇਖੋ, ਅੱਜ ਅਸੀਂ ਜ਼ਿਲ੍ਹੇ ਦੀ ਜਿਹੜੀ ਕਰੀਮ ਆ, ਮੇਨ ਲੀਡਰਸ਼ਿਪ ਆ, ਅਸੀਂ ਉਹ ਇਕੱਠੀ ਕੀਤੀ ਹੈ। ਇਸ ਤੋਂ ਬਾਅਦ ਇਹੀ ਟੀਮ ਜਿਹੜੀ ਹੈ ਜਾ ਕੇ ਵੱਖ-ਵੱਖ ਬਲਾਕਾਂ ਦੇ ਵਿੱਚ, ਪਿੰਡਾਂ ਦੇ ਵਿੱਚ ਤਿਆਰੀ ਕਰਾਊਗੀ ਅਤੇ ਜਿਹੜੇ ਆਉਣ ਵਾਲੇ ਪ੍ਰੋਗਰਾਮ ਆ, ਇੱਕ ਚੰਡੀਗੜ੍ਹ ਰੈਲੀ ਆ, ਇੱਕ ਚਾਹੇ ਉਹ ਵਰਕਸ਼ਾਪ ਆ, ਉਹ ਸਾਰੇ ਦੇ ਸਾਰੇ ਪ੍ਰੋਗਰਾਮ ਅਸੀਂ ਪੂਰੇ ਧੜੱਲੇ ਨਾਲ ਅੰਮ੍ਰਿਤਸਰ ਜ਼ਿਲ੍ਹੇ ਵਿੱਚੋਂ ਲਾਗੂ ਕਰਾਂਗੇ। ਅਜਨਾਲਾ ਵਿਖੇ ਵਾਲਮੀਕੀ ਭਾਈਚਾਰੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ। ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਐਸਸੀ ਕਮਿਸ਼ਨ ਵਿੱਚ ਲਗਾਏ ਜਾਣ ਵਾਲੇ ਅਧਿਕਾਰੀ ਐਸਸੀ ਭਾਈਚਾਰੇ ਵਿੱਚੋਂ ਹੀ ਲਗਾਏ ਜਾਣ। ਇਸ ਰੋਸ ਮੁਜ਼ਾਹਰੇ ਵਿੱਚ ਵਾਲਮੀਕੀ ਭਾਈਚਾਰੇ ਦੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ। ਸੋ ਜੋ ਸਰਵਨ ਜੀ ਨੇ ਕਿਹਾ, ਪਿੰਡ ਥਾਂ ਦੇ ਨਗਰ 'ਚ ਇਹਦੇ ਪੁਤਲੇ ਫੂਕਾਂਗੇ ਜਦ ਵੀ ਸਾਡੇ ਸੰਵਿਧਾਨ ਦੇ ਨਾਲ ਕੋਈ ਛੇੜਛਾੜ ਕਰੂਗਾ, ਚਾਹੇ ਕੋਈ ਵੀ ਸੀਐਮ ਹੋਵੇ। ਮਗਰ ਐਤਕੀ ਤੇ ਭਗਵੰਤ ਮਾਨ ਸੀਐਮ ਨੇ ਜਿਹੜੀ ਛੇੜੀ ਆ, ਇਹਨੂੰ ਮਹਿੰਗੀ ਪਊਗੀ। ਉਹ ਜਗ੍ਹਾ ਤੇ ਜੋ ਜਰਨਲ ਲਗਾਇਆ ਗਿਆ ਵਾ, ਉਹਦੇ ਵਾਸਤੇ ਜਿਹੜਾ ਵਾ ਪੁਤਲਾ ਫੂਕਿਆ ਗਿਆ ਵਾ, ਔਰ ਇਹਨੇ ਜੋ ਸਾਡੇ ਸੰਵਿਧਾਨ ਨਾਲ ਛੇੜਛਾੜ ਕੀਤੀ ਆ। ਪੰਜਾਬ ਸਟੇਟ ਮਿਨਿਸਟਰੀਅਲ ਯੂਨੀਅਨ ਸਿੱਖਿਆ ਵਿਭਾਗ ਜ਼ਿਲ੍ਹਾ ਇਕਾਈ ਅੰਮ੍ਰਿਤਸਰ ਦੀ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੌਕੇ ਤੇ ਜਿਮੀ ਬਦਵਾਰ, तहसील अमृतसर 2, सुरेंद्र सिंह बाबा बकाला, मनदीप सिंह मलिया, अमृतसर 1, परमिंदर सिंह मजीठा मौजूद सन। इस मौके ते पहला 2 साल पहला पास किए गए मते अनुसार अमन थरीएवाल नूं जिला प्रधान ਅਤੇ बिक्रमजीत सिंह कलेर नूं जनरल ਸਕੱਤਰ नियुक्त किया गया। इस मौके ते साबका सरपरस्त योगेश पाटिया, नवीन सिंह, अंतरप्रीत सिंह, सतिंदर सिंह, अरुण कुमार ਅਤੇ रमिंदर कुमार समेत सारे मैंबर्स मौजूद सन। श्री दुर्गियाना तीरथ दे श्री लक्ष्मी नारायण मंदिर विखे 18 जुलाई तो 16 अगस्त तक धर्मपाल जी वालों श्री रामचरित्र मानस के पाठ किए जा रहे हैं। कई लोगों ने हाजरी भर के पाठ किए। डायसिस ऑफ अमृतसर चर्च ऑफ नॉर्थ इंडिया वालों विश्व शांति ਲਈ 24 ਘੰਟਿਆਂ ਦੀ ਚੇਨ ਪ੍ਰੇਅਰ ਕੀਤੀ ਗਈ। ਬਿਸ਼ਪ ਪੀਕੇ ਸਮੰਤਾ ਰਾਏ ਨੇ ਭਗਵਾਨ ਯਿਸੂ ਦੀਆਂ ਸਿੱਖਿਆਵਾਂ ਤੇ ਚੱਲ ਕੇ ਵਿਸ਼ਵ ਸ਼ਾਂਤੀ ਲਈ ਅਪੀਲ ਕੀਤੀ। ਸ਼ਿਵਾਲਾ ਸ਼੍ਰੀ ਸ਼ਾਮ ਮੰਦਿਰ, ਵਰਿੰਦਾਵਨ ਗਾਰਡਨ, ਫਤਿਹਗੜ੍ਹ ਚੂੜੀਆਂ ਰੋਡ ਵਿਖੇ ਸ਼੍ਰੀ ਮਹਾਕਾਲ ਸੇਵਾ ਸੰਘ ਵੱਲੋਂ 27 ਜੁਲਾਈ ਤੋਂ 4 ਅਗਸਤ ਤੱਕ ਸ਼ਾਮ 5 ਵਜੇ ਤੋਂ ਭਗਵਾਨ ਸ਼ੰਕਰ ਜੀ ਦੀ ਇੱਛਾ ਅਨੁਸਾਰ ਸ਼੍ਰੀ ਸ਼ਿਵ ਮਹਾਪੁਰਾਣ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸ਼ਿਵਾਲਾ ਬਾਗ ਪਾਈਆਂ ਦੇ ਪੀਆਰਓ ਵਿਜੇ ਰੋਲੀ, अश्विनी निश्चल, सुमित बजाज, प्रेम हरलाल का, विजय सिंघानिया, अमन अग्रवाल भी मौजूद सन। इस मौके श्री विवाह संबंधी सुंदर झांकियां पेश की गई। नारायण ही कपिल बन करके प्रकट हुए थे और कपिल गीता सुनाई थी। इन्होंने सांग शास्त्र की संरचना की। श्री तुलसीदास मंदिर कटरा दुल्लो विखे श्रीमद भागवत कथा सप्ताह का आयोजन किया गया। कथावाचक सुरेशानंद जी महाराज वृंदावन वालिया ने कथा की थी। शिवाला मजीठ मंडी विखे घनश्याम दास मोहन लाल काजूवालिया वालों भंडारा किया गया। अनिल मेहरा, शिवम मेहता, अमित कपूर, हीरा लाल और राकेश मेहता भी मौजूद सन। आखिर विच मुख खबरां एक बार फिर तो अमृतसर विखे पुलिस ਅਤੇ तस्कर ਦੇ ਵਿੱਚ ਹੋਈ फायरिंग। एक पिस्तौल, 5 जिंदा रौंद ਤੇ 1 किलोग्राम हेरोइन ਹੋਈ बरामद। अमृतसर विच BRTS सेवा जल्द होवेगी शुरू, आख्या नगर निगम कमिश्नर संदीप ऋषि ने। आने वाले समय विच ई ऑटो राही शहर वासियों एक साफ वातावरण की उम्मीद।
ਇਹ ਸਨ ਅੱਜ ਦੀਆਂ ਖਬਰਾਂ। ਹੁਣ ਅਸੀਂ ਮਿਲਾਂਗੇ ਅਗਲੇ ਬੁਲੇਟਿਨ ਵਿੱਚ। ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।